हम करे साचा सोहिला, साचा शब्द सुहाया राम। तन पिर मेल पया, प्रभ आप मिलाया राम। हम करे साचा सोहिला, साचा शब्द सुहाया राम। तन पिर मेल पया, प्रभ आप मिलाया राम। प्रभ आप मिलाया, सच मन वसाया। कामण सहजे माती, गुर शब्द सीगारी सच सवारी। सदा रावे रंग राती, आप गवाए हर वर पाए। ता हर रस मन वसाया, कहो नानक गुर शब्द सवारी। सफल्यो जन्म सबाया, दूजड़ा कामण परम भुली। हर वार ना पाए राम, कामण गुण नाही। बिरथा जन्म गवाए राम, बिरथा जन्म गवाए। मन मुख एआणी, औगणवंती चूरे। अपना सतगुर सेव, सदा सुख पाया। ता पिर मिलया हदूरे, देख पिर विगसी अंदरों सरसी। सच्चा शब्द सुभाए, नानक विण नावै कामण परम पुलानी। मिल प्रीतम सुख पाए, पिर संग कामण जानिया। गुर मेल मिलाई राम, अंतर शब्द मिली। सहजे तपत बुझाई राम, शब्द तपत बुझाई। अंतर शांत आई, सहजे हर रस चाखिया। मिल प्रीतम अपने सदा रंग माणे। सच्चा शब्द सुपाखिया, पढ़ पढ़ पंडित मोनी थाके। भेखी मुकत ना पाई, नानक बिन भगति जग बौराना। सच्चा शब्द मिलाई, सातान मन आनंद पाया। हर जियो मेल प्यारे राम, सातान हर कै रस रसी। गुर कै शब्द अपारे राम, शब्द अपारे मिले प्यारे। सदा गुण सारे मन वसे, सेज सुहावी जा पिर रावी। मिल प्रीतम अवगण नसे, जित घर नाम हर सदा ध्याईय। सोहिलड़ा जुग चारे, नानक नाम रते सदा आनंद है। हर मिलया कारज सारे, जित घर नाम सदा हर सदा ध्याईय। सोहिलड़ा जुग चारे, नानक नाम रते सदा आनंद है।
ਹਰ ਮਿਲਿਆ ਕਾਰਜ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਰੱਖਿਅਕ ਪਰਉਪਕਾਰ, ਤਿਆਗ ਅਨੁਰਾਗ ਵੈਰਾਗ ਦੀ ਮੂਰਤ, ਤੇਗ ਦੇ ਧਨੀ ਸਗਲ ਸ੍ਰਿਸ਼ਟੀ ਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਆਵਾਜ਼ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਤ ਸੰਗਤ ਜੀਓ, ਉੱਤਮ ਭਾਗ ਹਨ ਜੋ ਆਪ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਉਸ ਧੁਰ ਦੇਸ਼ ਤੋਂ ਆਈ ਹੋਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਜੀਆਂ ਨੇ ਬਹੁਤ ਹੀ ਪ੍ਰੇਮ ਸਹਿਤ ਗੁਰੂ ਜੀ ਕੇ ਕੀਰਤਨੀਆਂ ਪਾਸੋਂ ਸਰਵਨ ਕੀਤੇ ਹਨ। ਜਿਸ ਬਾਣੀ ਨੂੰ ਸਰਵਨ ਕਰਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਹਨ। ਕਿਉਂਕਿ ਬਾਣੀ ਉਸ ਅਚਿੰਤ ਦੇਸ਼ ਤੋਂ ਆਈ ਹੈ ਜਿੱਥੇ ਕੋਈ ਚਿੰਤਾ ਨਹੀਂ, ਤੇ ਜਿਹੜੇ ਜੀਵ ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਬਾਣੀ ਨਾਲ ਜੁੜਦੇ ਹਨ, ਤੇ ਉਹਨਾਂ ਦੀਆਂ ਵੀ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ, ਕੋਈ ਚਿੰਤਾ ਨਹੀਂ ਰਹਿੰਦੀ। ਸਰਬ ਆਸਾ ਪੂਰਨ ਕਰਨ ਵਾਲੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਕੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਸਰਵਨ ਕਰਵਾਏ। ਉਪਰੰਤ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖ ਵਾਕ ਦੀ ਵਿਚਾਰ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਅੱਜ ਦਾ ਜੋ ਪਾਵਨ ਮੁਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਇਸ ਪਾਵਨ ਸ਼ਬਦ ਦੇ ਅੰਦਰ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੇਵਾ ਦੇ ਪੁੰਜ,
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣਾ ਕੀਤਾ। ਸਤਿਗੁਰੂ ਜੀ ਦਾ ਦੀਵਾਨ ਸਜਿਆ ਹੈ। ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਪਰਸ ਰਹੀਆਂ ਨੇ। ਗੁਰ ਉਪਦੇਸ਼ ਦਾ ਆਨੰਦ ਮਾਣ ਰਹੀਆਂ ਨੇ। ਭਾਈ ਪਾਰੋ ਜੀ ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚ ਪਰਮਹੰਸ ਦੀ ਉਪਾਧੀ ਪ੍ਰਾਪਤ ਹੈ, ਜਿਹੜੇ ਸੇਵਾ ਕਰਕੇ ਸਿਮਰਨ ਕਰਕੇ, ਕਿਉਂਕਿ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜੋ ਜਲ ਹੀ ਬਿਖੈ ਸਮਾਹੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਜਿਹੜਾ ਬਾਣੀ ਪੜ੍ਹਨ ਵਾਲਾ, ਸਵਾਸ ਸਵਾਸ ਸਿਮਰਨ ਕਰਨ ਵਾਲਾ ਹੈ, ਗੁਰੂ ਦੀ ਆਗਿਆ ਅਨੁਸਾਰ ਰਹਿਣ ਵਾਲਾ ਹੈ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਵਾਲਾ ਹੈ, ਉਹ ਗੁਰੂ ਦਾ ਹੀ ਰੂਪ ਬਣ ਜਾਂਦਾ ਹੈ। ਉਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਇਸੇ ਤਰ੍ਹਾਂ ਭਾਈ ਪਾਰੋ ਜੀ ਜਿਨ੍ਹਾਂ ਨੇ ਸਿਮਰਨ ਕਰਕੇ ਘਾਲਣਾ ਘਾਲ ਕੇ ਕਮਾਈ ਕੀਤੀ ਗੁਰੂ ਉਪਦੇਸ਼ ਦੀ, ਪਰਮਹੰਸ ਦੀ ਉਪਾਧੀ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਈ, ਗੁਰੂ ਘਰ ਵਿੱਚੋਂ ਪ੍ਰਾਪਤ ਹੋਈ। ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਬੈਠੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਆ। ਇੱਥੇ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਜਿਗਿਆਸੂ ਰੂਪ ਜੀਵ ਇਸਤਰੀ ਹੈ, ਉਹਦਾ ਜੀਵਨ ਕੈਸਾ ਹੈ, ਔਰ ਜਿਹੜੀ ਮਨਮੁਖ ਰੂਪ ਜੀਵ ਇਸਤਰੀ ਹੈ ਉਹਦਾ ਜੀਵਨ ਕੈਸਾ ਹੈ, ਇਹ ਉਪਦੇਸ਼ ਦੇ ਕਰਕੇ ਸਮਝਾਉਣਾ ਕੀਤਾ। ਆਓ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰ ਰਹੇ ਨੇ, ਪਾਵਨ ਉਪਦੇਸ਼ ਬਖਸ਼ ਰਹੇ ਨੇ, ਉਹਨੂੰ ਰਲ ਮਿਲ ਕੇ ਵਿਚਾਰਨ ਦਾ ਯਤਨ ਕਰੀਏ। ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੀਜ ਮੰਤਰ ਮੰਗਲਾਚਰਨ ਕਰਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਸਵਰੂਪ ਹੈ। ਐਸੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ ਹੁੰਦੀ ਹੈ। ਆਸਾ ਮਹੱਲਾ ਤੀਜਾ। ਸ਼ੰਤ ਘਰ ਪਹਿਲਾ। ਆਸਾ ਰਾਗ ਦੇ ਅੰਦਰ ਸ਼ੰਤ ਸਰਲੇਖ ਹੇਠ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜੋ ਪਹਿਲੇ ਘਰ ਸੁਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਹੈ। ਇਹ ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 439 ਅੰਗ ਤੋਂ 440 ਅੰਗ ਤੇ ਸੁਭਾਏ ਮਨ ਹੈ।
ਹਮ ਕਰੇ ਸਾਚਾ ਸੋਹਿਲਾ ਸਾਚੈ ਸ਼ਬਦ ਸੁਹਾਇਆ RAM। ਹਮ ਘਰੇ ਸਾਚਾ ਸੋਹਿਲਾ। ਪ੍ਰਭੂ ਦੀ ਸਿਫਤ ਸਲਾਹ ਵਾਲਾ ਜਿਹੜਾ ਗੀਤ ਹੈ, ਜਿਸ ਸ਼ਬਦ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਭੂ ਦੀ ਸਿਫਤ ਹੈ, ਸਲਾਹ ਹੈ, ਜਿਹੜੇ ਗੁਰਮੁਖ ਜਨ ਹਨ ਉਹਨਾਂ ਦੇ ਬਾਬਤ ਸਾਹਿਬ ਜੀ ਪਹਿਲਾਂ ਬਖਸ਼ਿਸ਼ ਕਰ ਰਹੇ ਨੇ। ਜਗਿਆਸੂ ਰੂਪ ਜਿਹੜੇ ਨੇ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਵਾਲਾ ਸ਼ਬਦ ਰੂਪੀ ਜਿਹੜਾ ਗੀਤ ਹੈ, ਸੋਹਿਲਾ ਹੈ, ਉਹ ਸਦਾ ਵੱਜਦਾ ਰਹਿੰਦਾ ਹੈ। ਉਹ ਸਦਾ ਉਸ ਗੀਤ ਨੂੰ ਗਾਉਂਦੇ ਹਨ। ਉਹ ਸਦਾ ਉਸ ਸ਼ਬਦ ਦੇ ਸਿਫਤ ਸਲਾਹ ਉਸ ਪ੍ਰਭੂ ਦੀ ਪਰਮੇਸ਼ਰ ਦੇ ਵਿੱਚ ਜੁੜੇ ਰਹਿੰਦੇ ਹਨ। ਸਾਚਾ ਸ਼ਬਦ ਸੁਹਾਇਆ। ਗੁਰੂ ਕਿਰਪਾ ਕਰਕੇ ਜਿਹੜਾ ਉਹ ਪ੍ਰਭੂ ਦੀ ਸਿਫਤ ਸਲਾਹ ਵਾਲਾ ਸ਼ਬਦ ਹੈ, ਉਹ ਸ਼ਬਦ ਦੇ ਦੁਆਰਾ ਜਗਿਆਸੂ ਰੂਪ ਜੀਵ ਇਸਤਰੀ ਦੇ ਹਿਰਦੇ ਰੂਪੀ ਘਰ ਨੂੰ ਸਵਾਰ ਦਿੰਦਾ ਹੈ। ਹਿਰਦੇ ਰੂਪੀ ਘਰ ਨੂੰ ਸੋਹਣਾ ਬਣਾ ਦਿੰਦਾ ਗੁਰੂ ਸ਼ਬਦ ਦੇ ਦੁਆਰਾ। ਜਿਹੜੇ ਗੁਰ ਸ਼ਬਦ ਨਾਲ ਜੁੜਦੇ ਨੇ, ਜਿਨ੍ਹਾਂ ਦੇ ਅੰਦਰ ਇਹ ਜਗਿਆਸਾ ਹੈ ਪ੍ਰਭੂ ਨੂੰ ਮਿਲਣ ਦੀ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਹੈ ਉਹ ਸਦਾ ਵੱਜਦਾ ਰਹਿੰਦਾ, ਸਦਾ ਗਾਉਂਦੇ ਰਹਿੰਦੇ, ਸਦਾ ਸੁਰਤ ਉਹਦੇ ਸ਼ਬਦ ਨਾਲ ਜੁੜੀ ਰਹਿੰਦੀ ਹੈ। ਤੇ ਗੁਰੂ ਕਿਰਪਾ ਕਰਕੇ ਉਹ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਦੁਆਰਾ ਉਹਨਾਂ ਦੇ ਹਿਰਦੇ ਰੂਪੀ ਘਰ ਨੂੰ ਸਵਾਰ ਦਿੰਦਾ, ਸੋਹਣਾ ਬਣਾ ਦਿੰਦਾ ਹੈ। ਤਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ RAM। ਧਨ ਧੱਦੇ ਤੇ ਟਿੱਪੀ ਨੰਨਾ ਧਨ, ਉਹ ਜਦੋਂ ਵਡਿਆਈ ਉਸਤਤ ਕਰਨੀ ਹੈ, ਧਨ ਸ਼ਬਦ। ਇੱਕ ਧਨ ਆਉਂਦਾ ਹੈ ਜਿਹੜੀ ਮਾਇਆ ਦੇ ਬਾਬਤ ਸ਼ਬਦ ਵਰਤਿਆ। ਇੱਕ ਧਨ ਸ਼ਬਦ ਆਉਂਦਾ ਇਸਤਰੀ ਦੇ ਪ੍ਰਤੀ। ਇੱਥੇ ਜਿਹੜਾ ਧਨ ਸ਼ਬਦ ਆਇਆ ਇਹ ਇਸਤਰੀ ਦੇ ਪ੍ਰਥਾਏ ਵਰਤਿਆ। ਜਗਿਆਸੂ ਰੂਪ ਇਸਤਰੀ, ਪਿਰ ਤੋਂ ਭਾਵ ਹੈ ਪਤੀ। ਮੇਲ ਭਇਆ, ਜਿਸ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਦੇ ਸ਼ਬਦ ਦੁਆਰਾ ਉਹ ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਸੀ ਪ੍ਰਭੂ ਦਾ, ਉਸ ਸ਼ਬਦ ਦੁਆਰਾ ਜਦੋਂ ਹਿਰਦੇ ਰੂਪੀ ਘਰ ਨੂੰ ਸੋਹਣਾ ਬਣਾ ਦਿੱਤਾ, ਜਦੋਂ ਸੇਜਾ ਜਿਹੜੀ ਸੀ ਹਿਰਦੇ ਰੂਪੀ ਘਰ ਦੀ ਸਵਾਰ ਦਿੱਤੀ, ਸੁਰਤ ਜਿਹੜੀ ਸੀ ਸਵਰ ਗਈ। ਤੇ ਜਦੋਂ ਸੁਰਤ ਸਵਰ ਗਈ ਤੇ ਫਿਰ ਧਨ ਪਿਰ ਮੇਲ ਭਇਆ। ਜਿਹੜੀ ਜਗਿਆਸੂ ਰੂਪ ਇਸਤਰੀ ਆਪਣੇ ਪਤੀ ਨੂੰ, ਪਿਰ ਨੂੰ ਮਿਲਣਾ ਚਾਹੁੰਦੀ ਸੀ, ਉਹ ਪਿਰ ਦੇ ਨਾਲ, ਆਪਣੇ ਪਤੀ ਦੇ ਨਾਲ ਉਹਦਾ ਮੇਲ ਹੋ ਗਿਆ, ਮਿਲਾਪ ਹੋ ਗਿਆ। ਪ੍ਰਭ ਆਪ ਮਿਲਾਇਆ RAM। ਜਦੋਂ ਉਹ ਸਿਫਤ ਸਲਾਹ ਵਾਲਾ ਗੀਤ ਅੰਦਰ ਵੱਜਣ ਲੱਗਾ, ਉਹ ਸਿਫਤ ਸਲਾਹ ਦੇ ਵਿੱਚ ਜੁੜਨਾ ਕੀਤਾ, ਸੁਰਤ ਉਸ ਪ੍ਰਭੂ ਦੇ ਸਿਫਤ ਸਲਾਹ ਵਿੱਚ ਜੁੜ ਗਈ, ਹਿਰਦਾ ਰੂਪੀ ਘਰ ਸਵਰ ਗਿਆ। ਤੇ ਫਿਰ ਪ੍ਰਭੂ ਨੇ ਕਿਰਪਾ ਕੀਤੀ, ਆਪੇ ਮਿਲਾ ਲਿਆ ਆਪਣੇ ਨਾਲ। ਉਸ ਪ੍ਰਭੂ ਨੇ ਰਹਿਮਤ ਕਰਕੇ ਜਿਹੜੀ ਜਗਿਆਸੂ ਰੂਪ ਇਸਤਰੀ ਸੀ, ਪ੍ਰਭੂ ਦੇ ਮਿਲਾਪ ਵਿੱਚ ਉਹਦੀ ਸਿਫਤ ਸਲਾਹ ਦੇ ਗੀਤ ਗਾਉਂਦੀ ਸੀ, ਪ੍ਰਭੂ ਨੇ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਮਿਲਾ ਲਿਆ। ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਜੇ ਮਾਤੀ। ਪ੍ਰਭੂ ਨੇ ਜਦੋਂ ਕਿਰਪਾ ਕੀਤੀ, ਆਪਣੇ ਨਾਲ ਮਿਲਾ ਲਿਆ, ਸੱਚ ਮਨ ਵਸਾਇਆ। ਜਿਹੜਾ ਸੱਚਾ ਨਾਮ ਸੀ ਸਥਿਰ ਰਹਿਣ ਵਾਲੇ ਪ੍ਰਭੂ ਦਾ, ਉਹ ਫਿਰ ਮਨ ਵਿੱਚ ਵਸ ਗਿਆ, ਵਸ ਗਿਆ। ਫਿਰ ਬਾਰੰਬਾਰ ਜਪਦਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫਿਰ ਉਹ ਜਿਹੜਾ ਸੱਚਾ ਨਾਮ ਸੀ ਉਹ ਮਨ ਦੇ ਵਿੱਚ ਵਸ ਗਿਆ ਤੇ ਜਦੋਂ ਵਸਿਆ ਫਿਰ ਕੀ ਹੋਇਆ? ਕਾਮਨ ਸਹਜੇ ਮਾਤੀ। ਫਿਰ ਜਿਹੜੀ ਜਗਿਆਸੂ ਰੂਪ ਜੀਵ ਇਸਤਰੀ ਸੀ ਉਹ ਜਦੋਂ ਨਾਮ ਮਨ ਵਿੱਚ ਵਸਿਆ ਤੇ ਫਿਰ ਸਦਾ ਹੀ ਉਹਦੇ ਵਿੱਚ ਮਸਤ ਰਹਿਣ ਲੱਗੀ। ਮਾਤੀ ਤੋਂ ਭਾਵ ਮਸਤ ਹੋ ਜਾਣਾ। ਜਦੋਂ ਕਿਤੇ ਜੁੜ ਜਾਈਏ, ਗੁਰੂ ਰਹਿਮਤ ਕਰਦੇ, ਸੁਰਤ ਜੁੜ ਜਾਏ ਤੇ ਫਿਰ ਐਸਾ ਆਨੰਦ ਵਰਤਦਾ ਹੈ, ਜੀਵ ਮਸਤ ਹੋ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਜਿਵੇਂ ਭਵਰਾ ਫੁੱਲ ਤੇ ਜਾਂਦਾ ਉਹਦੇ ਰਸ ਵਿੱਚ ਮਸਤ ਹੋ ਜਾਂਦਾ ਹੈ, ਫਿਰ ਉਹਨੂੰ ਕੋਈ ਪਤਾ ਨਹੀਂ ਰਹਿੰਦਾ, ਉਹਦੇ ਵਿੱਚ ਸਿਮਟ ਕੇ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਜਿਹੜੇ ਜਗਿਆਸੂ ਰੂਪ ਜੀਵ ਇਸਤਰੀਆਂ ਨੇ, ਫਿਰ ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਫਿਰ ਸਦਾ ਹੀ ਉਹਦੇ ਵਿੱਚ ਮਸਤ ਹੋਈਆਂ ਰਹਿੰਦੀਆਂ ਨੇ, ਫਿਰ ਸਦਾ ਹੀ ਜਪਦੀਆਂ ਨੇ, ਬਾਰੰਬਾਰ ਉਹਦਾ ਰਸ ਲੈ ਲੈ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੀਆਂ ਮਸਤ ਹੋਈਆਂ ਰਹਿੰਦੀਆਂ ਹਨ। ਗੁਰ ਸ਼ਬਦ ਸੀਗਾਰੀ ਸੱਚ ਸਵਾਰੀ ਸਦਾ ਰਾਵੇ ਰੰਗ ਰਾਤੀ। ਇਸਤਰੀ ਸ਼ਿੰਗਾਰ ਕਰਦੀ ਹੈ ਤਨ ਦਾ ਪਤੀ ਦੀ ਖੁਸ਼ੀ ਵਾਸਤੇ। ਮੇਰਾ ਪਤੀ ਘਰ ਆਵੇ, ਮੈਂ ਸੋਹਣਾ ਸ਼ਿੰਗਾਰ ਤਨ ਤੇ ਕਰਾਂ ਜਿਹਨੂੰ ਵੇਖ ਕੇ ਉਹ ਮੇਰੇ ਤੇ ਖੁਸ਼ ਹੋ ਜਾਵੇ, ਪ੍ਰਸੰਨ ਹੋ ਜਾਵੇ। ਤੇ ਜਿਹੜੀਆਂ ਜਗਿਆਸੂ ਰੂਪ ਜੀਵ ਇਸਤਰੀਆਂ ਨੇ ਉਹਨਾਂ ਦਾ ਸ਼ਿੰਗਾਰ ਕੀ ਹੈ? ਗੁਰ ਸ਼ਬਦ ਸ਼ਿੰਗਾਰੀ। ਗੁਰੂ ਫਿਰ ਉਹਨਾਂ ਨੂੰ ਸ਼ਬਦ ਦਾ ਸ਼ਿੰਗਾਰ ਬਖਸ਼ਦਾ, ਸ਼ਬਦ ਦੇ ਦੁਆਰਾ ਉਹਨਾਂ ਦਾ ਸ਼ਿੰਗਾਰ ਕਰਦਾ। ਜਗਿਆਸੂ ਰੂਪ ਜੀਵ ਇਸਤਰੀ ਨੂੰ ਗੁਰੂ ਨੇ ਕਿਰਪਾ ਕਰਕੇ ਗੁਰ ਸ਼ਬਦ ਦੇ ਦੁਆਰਾ ਸ਼ਿੰਗਾਰ ਦਿੱਤਾ। ਸੱਚ ਸਵਾਰੀ, ਸੱਚੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਦੁਆਰਾ ਉਹਦੀ ਜਿਹੜੀ ਸੁਰਤ ਸੀ ਨਾ ਉਹਨੂੰ ਸਵਾਰ ਦਿੱਤਾ, ਸੁਰਤ ਸਵਰ ਗਈ। ਫਿਰ ਉਹ ਸੁਰਤ ਜਿਹੜੇ ਸੀ ਉਹ ਫਿਰ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਸਿਫਤ ਸਲਾਹ ਦੁਆਰਾ ਉਹ ਸੁਰਤ ਨੂੰ ਸਵਾਰਨਾ ਕੀਤਾ। ਸਦਾ ਰਾਵੇ ਰੰਗ ਰਾਤੀ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਸਦਾ ਰਤੀ ਰਹਿੰਦੀ ਹੈ। ਨਾਮ ਦਾ ਗੂੜਾ ਰੰਗ ਫਿਰ ਉਹਦੇ ਤੇ ਚੜਿਆ ਰਹਿੰਦਾ, ਫਿਰ ਸਦਾ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਹੈ। ਆਪ ਗਵਾਏ ਹਰ ਵਰ ਪਾਏ ਤਾ ਹਰ ਰਸ ਮਨ ਵਸਾਇਆ। ਹੁਣ ਜਿਹੜਾ ਉਹ ਵਰ ਹੈ ਪ੍ਰਭੂ ਪਤੀ ਪਰਮੇਸ਼ਰ, ਉਹ ਵਰ ਮਿਲਣਾ ਕਿਵੇਂ ਹੈ, ਪ੍ਰਾਪਤ ਕਿਵੇਂ ਹੋਣਾ ਹੈ? ਜਿਸ ਜਗਿਆਸੂ ਰੂਪ ਜੀਵ ਇਸਤਰੀ ਨੇ ਆਪਣੋ ਅੰਦਰੋਂ ਆਪਾ ਭਾਵ ਗਵਾ ਦਿੱਤਾ, ਹਉਮੈ ਨੂੰ ਮਾਰ ਲਿਆ। ਪਾਵਨ ਸ਼ਬਦ ਗੁਰਬਾਣੀ ਅੰਦਰ ਭਗਤ ਸਾਹਿਬ ਦਾ ਪੜ੍ਹਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਹੀਂ। ਜਦੋਂ ਤੱਕ ਮੇਰੇ ਵਿੱਚ ਮੈਂ ਸੀ, ਮੇਰੇ ਵਿੱਚ ਆਪਾ ਭਾਵ ਸੀ, ਮੇਰੇ ਵਿੱਚ ਹਉਮੈ ਸੀ, ਉਦੋਂ ਤੱਕ ਤੂੰ ਨਹੀਂ ਸੀ, ਉਦੋਂ ਤੱਕ ਤੂੰ ਇਸ ਹਿਰਦੇ ਘਰ ਵਿੱਚ ਮੈਨੂੰ ਪ੍ਰਾਪਤ ਨਹੀਂ ਹੋਇਆ। ਤੇ ਜਦੋਂ ਮੇਰੇ ਵਿੱਚੋਂ ਮੈਂ ਖਤਮ ਹੋ ਗਈ, ਜੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਜਦੋਂ ਉਹ ਅਵਸਥਾ ਬਣ ਗਈ, ਆਪਣੇ ਅੰਦਰੋਂ ਆਪਾ ਭਾਵ ਜਿਹਨੇ ਮਾਰ ਲਿਆ,
ਆਪਣੀ ਜਿਹਨੇ ਹਉਮੈ ਖਤਮ ਕਰ ਲਈ। ਸਾਹਿਬ ਜੀ ਕਹਿੰਦੇ ਆਪ ਗਵਾਏ, ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਹਉਮੈ ਮਾਰ ਲਈ, ਫਿਰ ਕੀ ਹੋਇਆ? ਹਰ ਵਰ ਪਾਏ। ਉਹ ਹਰੀ ਵਾਹਿਗੁਰੂ ਪਰਮੇਸ਼ਰ ਜਿਹੜਾ ਪਤੀ ਸੀ, ਵਰ ਸੀ, ਫਿਰ ਉਹ ਜਗਿਆਸੂ ਰੂਪ ਜੀਵ ਇਸਤਰੀਆਂ ਉਸ ਪਤੀ ਨੂੰ ਪਾ ਲੈਂਦੀਆਂ ਨੇ, ਪ੍ਰਾਪਤ ਕਰ ਲੈਂਦੀਆਂ ਨੇ। ਜਿਹੜੀਆਂ ਆਪਣੇ ਭਾਵ 'ਚ ਤੁਰੀਆਂ ਰਹੀਆਂ, ਹਉਮੈ ਦੇ ਵਿੱਚ ਰਹੀਆਂ, ਉਹ ਉਹਨੂੰ ਕਦੀ ਵੀ ਪ੍ਰਾਪਤ ਨਹੀਂ ਕਰ ਸਕਦੀਆਂ। ਜਿਨ੍ਹਾਂ ਨੇ ਇਹ ਗਵਾ ਲਏ, ਉਹਨਾਂ ਨੂੰ ਫਿਰ ਆਪਣੇ ਪਤੀ ਪਰਮੇਸ਼ਰ ਦਾ ਮਿਲਾਪ ਹੋ ਗਿਆ। ਤਾਂ ਹਰ ਰਸ ਮਨ ਵਸਾਇਆ। ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਿਹੜਾ ਰਸ ਸੀ, ਉਹ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਸਾ ਲਿਆ। ਫਿਰ ਉਸ ਰਸ ਨੂੰ ਆਪਣੇ ਮਨ ਅੰਦਰ ਵਸਾ ਕਰਕੇ ਸਦਾ ਉਸ ਰਸ ਨੂੰ ਮੰਨਦੀਆਂ ਹਨ। ਕਹੋ ਨਾਨਕ ਗੁਰ ਸ਼ਬਦ ਸਵਾਰੀ, ਸਫਲਿਓ ਜਨਮ ਸਬਾਇਆ। ਤੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਹੈ, ਕਿਉਂਕਿ ਗੁਰਬਾਣੀ ਜਿੰਨੀ ਵੀ ਹੈ ਗੁਰੂ ਸਾਹਿਬ ਦੀ, ਉਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਾਲੀ ਬਾਣੀ ਹੈ। ਸਾਰੀ ਗੁਰਬਾਣੀ ਦੇ ਵਿੱਚ ਪ੍ਰਭੂ ਦੀ ਉਸਤਤ ਹੈ, ਪ੍ਰਭੂ ਦੀ ਸਿਫਤ ਸਲਾਹ ਹੈ। ਇੱਕ ਇੱਕ ਸ਼ਬਦ ਦੇ ਅੰਦਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਸ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਦੇ ਦੁਆਰਾ ਉਹਦਾ ਜੀਵਨ ਜਿਹੜਾ ਸੀ ਸਵਾਰ ਦਿੱਤਾ, ਸੁਰਤ ਨੂੰ ਸਵਾਰ ਦਿੱਤਾ। ਸਫਲੇ ਹੋ ਜਨਮ ਸਬਾਇਆ। ਉਹਦਾ ਜਿਹੜਾ ਸਾਰਾ ਜੀਵਨ ਸੀ ਉਹ ਸਫਲ ਹੋ ਗਿਆ, ਧੰਤਾ ਦੇ ਜੋਗ ਹੋ ਗਿਆ। ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦਾ ਜੀਵਨ ਸਵਾਰ ਦਿੱਤਾ, ਉਹ ਸਫਲ ਜੀਵਨ ਵਾਲੇ ਹੋ ਗਏ। ਦੂਜੜਾ ਕਾਮਣ ਪਰਮ ਪੁੱਲੀ, ਹਰ ਵਰ ਨਾ ਪਾਏ RAM। ਹੁਣ ਦੂਜੇ ਪਾਸੇ ਮਨਮੁਖ ਜੀਵ ਇਸਤਰੀ ਦੀ ਹਾਲਤ ਕੀ ਹੈ? ਪਹਿਲੇ ਬੰਦ ਅੰਦਰ ਸਾਹਿਬ ਜੀ ਨੇ ਜਗਿਆਸੂ ਰੂਪ ਜੀਵ ਇਸਤਰੀ ਦਾ ਜ਼ਿਕਰ ਕੀਤਾ ਕਿ ਉਹਦੇ ਅੰਦਰ ਦੀ ਅਵਸਥਾ ਕੀ ਹੈ, ਉਹ ਕਿਵੇਂ ਗੁਰੂ ਦੀ ਕਿਰਪਾ ਦੀ ਪਾਤਰ ਬਣ ਕੇ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ, ਗੁਰੂ ਕਿਵੇਂ ਰਹਿਮਤ ਕਰਦਾ, ਉਹਦਾ ਜੀਵਨ ਸਵਾਰਦਾ। ਦੂਜੇ ਪਾਸੇ ਮਨਮੁਖ ਜੀਵ ਇਸਤਰੀ ਹੈ, ਜਿਹੜੀ ਆਪਾ ਭਾਵ 'ਚ ਰਹਿੰਦੀ ਹੈ, ਜਿਹੜੇ ਆਪਣੇ ਪਤੀ ਨੂੰ ਵਿਸਾਰ ਕੇ ਹੋਰ ਪਾਸੇ ਦੌੜਦੀ ਫਿਰਦੀ ਹੈ, ਮਾਇਆ ਦੇ ਮੋਹ ਵਿੱਚ ਹੈ, ਸੰਸਾਰ ਦੇ ਪਦਾਰਥਾਂ ਨਾਲ ਪ੍ਰੀਤ ਬਣੀ ਹੈ। ਸਾਹਿਬ ਜੀ ਕਹਿੰਦੇ ਦੂਜੜਾ ਕਾਮਨ ਭਰਮ ਭੁੱਲੀ। ਉਹ ਭਰਮ ਦੇ ਵਿੱਚ ਭੁੱਲੀ ਹੋਈ ਪਰਮੇਸ਼ਰ ਨੂੰ ਨਹੀਂ ਜਾਣਦੀ, ਵਿਸਾਰ ਦਿੰਦੀ ਹੈ। ਹਰ ਵਰ ਨਾ ਪਾਏ RAM। ਉਹ ਹਰੀ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਵਰ ਨੂੰ ਪ੍ਰਾਪਤ ਨਹੀਂ ਕਰ ਸਕਦੀ, ਕਿਉਂਕਿ ਉਹ ਦਵੈਸ਼ ਭਾਵਨਾ ਵਿੱਚ ਲੱਗੀ ਹੋਈ ਹੈ, ਦੂਜੇ ਭਾਵ ਮਾਇਆ ਦੇ ਮੋਹ ਵਿੱਚ ਹੈ, ਉਹਨੂੰ ਪ੍ਰਭੂ ਵਿਸਰਿਆ ਹੋਇਆ ਹੈ। ਤੇ ਜਿਹਦੀ ਇਹ ਹਾਲਤ ਹੈ, ਉਹਨੂੰ ਪ੍ਰਭੂ ਹਰੀ ਵਾਹਿਗੁਰੂ ਪਰਮੇਸ਼ਰ ਵਰ ਦੇ ਰੂਪ ਵਿੱਚ ਪ੍ਰਾਪਤ ਨਹੀਂ ਹੁੰਦਾ, ਉਹਨੂੰ ਪ੍ਰਾਪਤ ਨਹੀਂ ਕਰ ਸਕਦੀ। ਕਾਮਣ ਗੁਣ ਨਾਹੀ, ਬਿਰਥਾ ਜਨਮ ਗਵਾਏ RAM। ਉਹ ਜਿਹੜੀ ਕਾਮਨ ਮਨਮੁਖ ਜੀਵ ਇਸਤਰੀ ਹੈ, ਉਹਦੇ ਜੀਵਨ ਅੰਦਰ ਕੋਈ ਗੁਣ ਹੀ ਨਹੀਂ, ਔਗਣਾ ਦੀ ਭਰੀ ਹੈ। ਔਗਣ ਇਕੱਠੇ ਕੀਤੇ, ਗੁਣ ਕੋਈ ਇਕੱਠਾ ਕੀਤਾ ਹੀ ਨਹੀਂ, ਕੋਈ ਵਿਹਾਜਿਆ ਹੀ ਨਹੀਂ। ਤੇ ਕਾਮਨ ਗੁਣ ਨਹੀਂ, ਉਹ ਗੁਣ ਜਿਨ੍ਹਾਂ ਗੁਣਾਂ ਦੁਆਰਾ, ਜੇ ਸਿਫਤ ਸਲਾਹ ਰੂਪੀ ਗੁਣਾਂ ਦੁਆਰਾ ਉਹ ਪ੍ਰਭੂ ਨੂੰ ਪਾਉਣਾ ਹੈ, ਜਿਹਦੇ ਦੁਆਰਾ ਉਹ ਪ੍ਰਾਪਤ ਹੋਣਾ ਹੈ, ਉਹ ਉਹਨੇ ਧਾਰਨ ਨਹੀਂ ਕੀਤੇ, ਉਹ ਗੁਣ ਇਕੱਠੇ ਨਹੀਂ ਕੀਤੇ, ਉਹਦੇ ਤੋਂ ਸਖਣੀ ਹੈ, ਖਾਲੀ ਹੈ। ਗੁਣ ਨਹੀਂ, ਗੁਣ ਨਾ ਹੋਣ ਕਰਕੇ ਬਿਰਥਾ ਜਨਮ ਗਵਾਏ RAM। ਉਹ ਆਪਣਾ ਜਨਮ ਵਿਅਰਥ ਗਵਾ ਲੈਂਦੀ ਹੈ, ਦੂਜੇ ਭਾਵ ਵਿੱਚ ਲੱਗੀ ਹੋਈ, ਇੱਧਰ ਉੱਧਰ ਦੌੜਦੀ ਫਿਰਦੀ ਹੈ, ਮਾਇਆ ਦੇ ਮੋਹ ਵਿੱਚ ਪਈ ਹੋਈ ਹੈ। ਆਪਣੇ ਪ੍ਰਭੂ ਪਤੀ ਦਾ ਜਿਹੜਾ ਹੈ ਉਹ ਸਾਥ ਨਹੀਂ ਮਾਣ ਸਕਦੀ, ਉਹਦੀ ਪ੍ਰਾਪਤੀ ਨਹੀਂ ਕਰ ਸਕਦੀ। ਇਸ ਕਰਕੇ ਆਪਣਾ ਜਨਮ ਜਿਹੜਾ ਉਹ ਵਿਅਰਥ ਗਵਾ ਲੈਂਦੀ ਹੈ। ਬਿਰਥਾ ਜਨਮ ਗਵਾਏ, ਮਨ ਮੁਖ ਏਆਣੀ, ਔਗਣਵੰਤੀ ਚੂਰੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਜੀਵ ਇਸਤਰੀ ਹੈ, ਮਨ ਨੂੰ ਮੁੱਖ ਰੱਖ ਕੇ ਚੱਲਦੀ ਹੈ, ਏਆਣੀ ਉਹ ਮੂਰਖ ਹੈ। ਮੂਰਖ ਮਨ ਨੂੰ ਮੁੱਖ ਰੱਖ ਕੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਅਣਜਾਣ ਜੀਵ ਇਸਤਰੀ ਹੈ, ਪਾਤਸ਼ਾਹ ਕਹਿੰਦੇ ਉਹ ਆਪਣਾ ਜਿੱਥੇ ਜਨਮ ਵਿਅਰਥਾ ਗਵਾ ਲੈਂਦੀ ਹੈ,
ਉੱਥੇ ਔਗਣਵੰਤੀ ਝੂਰੇ, ਉਹ ਔਗਣਾਂ ਦੇ ਸਹਿਤ ਫਿਰ ਸਦਾ ਝੂਰਦੀ ਰਹਿੰਦੀ ਹੈ, ਉਹਦਾ ਜੀਵਨ ਸਦਾ ਝੂਰਦਿਆਂ ਹੀ ਲੰਘ ਜਾਂਦਾ ਹੈ, ਕਿਉਂਕਿ ਪ੍ਰਭੂ ਪਤੀ ਦਾ ਮਿਲਾਪ ਹੀ ਨਹੀਂ ਹੋਇਆ। ਪਤੀ ਨੇ ਜੀਵਨ ਦੇ ਅੰਦਰ ਜੋ ਆਨੰਦ ਦੇਣਾ ਸੀ, ਬਖਸ਼ਿਸ਼ ਕਰਨੀ ਸੀ, ਉਹਦਾ ਮਿਲਾਪ ਨਹੀਂ ਹੋਇਆ। ਇਸ ਕਰਕੇ ਮਨ ਦੇ ਪਿੱਛੇ ਲੱਗੀ ਰਹੀ, ਮੂਰਖ ਬਣੀ ਰਹੀ, ਜਨਮ ਵਿਅਰਥ ਗਵਾ ਲਿਆ, ਤੇ ਔਗਣਾਂ ਦੇ ਵਿੱਚ ਪਈ ਹੋਈ ਫਿਰ ਸਾਰੀ ਉਮਰ ਉਹਦੀ ਝੂਰਦਿਆਂ ਹੋਇਆਂ ਜਿਹੜੀ ਉਹ ਲੰਘ ਜਾਂਦੀ ਹੈ। ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਤਾ ਪਿਰ ਮਿਲਿਆ ਹਦੂਰੇ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਉਹ ਮਨਮੁਖ ਜੀਵ ਇਸਤਰੀ ਨੂੰ ਉਪਦੇਸ਼ ਦਿੰਦਿਆਂ ਸਮਝਾਉਂਦੇ ਨੇ ਕਿ ਇਹ ਮਨਮੁਖ ਮਨ ਦੇ ਪਿੱਛੇ ਤੁਰਨ ਵਾਲੀ ਅਣਜਾਣ ਜੀਵ ਇਸਤਰੀਏ, ਆਪਣਾ ਸਤਿਗੁਰ ਸੇਵ, ਆਪਣੇ ਗੁਰੂ ਨੂੰ ਸੇਵਨਾ ਕਰ, ਗੁਰੂ ਦੀ ਸੇਵਾ ਕਰ, ਗੁਰੂ ਦੇ ਉਪਦੇਸ਼ ਦੀ ਕਮਾਈ ਕਰ, ਸਦਾ ਸੁਖ ਪਾਇਆ ਤਾਂ ਤੈਨੂੰ ਸਦਾ ਸੁਖ ਦੀ ਪ੍ਰਾਪਤੀ ਹੋਣੀ ਹੈ। ਤੂੰ ਉਹਨੂੰ ਵਿਸਾਰ ਕਰਕੇ ਮਾਇਆ ਦੇ ਮੋਹ ਵਿੱਚ ਪਈ ਹੋਈ, ਪਦਾਰਥਾਂ ਦੀ ਦੌੜ ਤੇਰੇ ਪਿੱਛੇ ਤੂੰ ਲੱਗੀ ਹੋਈ ਹੈ, ਇਸ ਕਰਕੇ ਤੈਨੂੰ ਉਹਨਾਂ ਵਿੱਚੋਂ ਸੁਖ ਨਹੀਂ ਮਿਲਣਾ। ਸੁਖ ਮਿਲਣਾ ਉਸ ਪ੍ਰਭੂ ਦੀ ਸਿਫਤ ਕਰਕੇ, ਸੇਵ ਕਰਕੇ, ਸੇਵਾ ਕਰਕੇ, ਉਹਦੀ ਸਿਫਤ ਸਲਾਹ ਵਿੱਚ ਜੁੜ ਕੇ। ਇਸ ਕਰਕੇ ਉਹਦੀ ਸੇਵਾ ਕਰ, ਸਿਫਤ ਸਲਾਹ ਦੇ ਵਿੱਚ ਜੁੜਨਾ ਕਰ, ਫਿਰ ਤੈਨੂੰ ਸਦਾ ਹੀ ਸੁਖ ਦੀ ਪ੍ਰਾਪਤੀ ਹੋਈ ਜਾਏਗੀ। ਤੇਰਾ ਜੀਵਨ ਸਦਾ ਸੁਖ ਦੇ ਸਹਿਤ ਹੋ ਜਾਏਗਾ। ਉਹ ਸੁਖ ਫਿਰ ਕਦੀ ਵੀ ਖਤਮ ਨਹੀਂ ਹੋਏਗਾ, ਸਦੀਵੀ ਸੁਖ। ਤਾਂ ਫਿਰ ਮਿਲਿਆ ਹਦੂਰੇ। ਹੁਣ ਗੁਰੂ ਸਾਹਿਬ ਜੀ ਨੇ ਜਦੋਂ ਇਹ ਉਪਦੇਸ਼ ਦਿੱਤਾ ਤੇ ਜਿਨ੍ਹਾਂ ਜੀਵ ਇਸਤਰੀਆਂ ਨੇ ਫਿਰ ਉਹ ਉਪਦੇਸ਼ ਕਮਾ ਲਿਆ, ਉਹਦੀ ਕਮਾਈ ਕੀਤੀ, ਸੇਵਨਾ ਕੀਤਾ, ਜਿੱਥੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋਈ, ਹਿਰਦਾ ਸੁਖ ਦੇ ਸਹਿਤ ਹੋ ਗਿਆ, ਆਤਮਿਕ ਸੁਖ ਮਿਲ ਗਿਆ, ਤੇ ਫਿਰ ਮਿਲਿਆ ਹਦੂਰੇ। ਫਿਰ ਜਿਹੜਾ ਵਾਹਿਗੁਰੂ ਪਰਮੇਸ਼ਰ ਸੀ, ਪਤੀ ਸੀ, ਉਹਨੂੰ ਅੰਗ ਸੰਗ ਹੀ ਪਾ ਲਿਆ, ਹਿਰਦੇ ਰੂਪੀ ਘਰ ਦੇ ਵਿੱਚੋਂ ਉਹ ਪ੍ਰਾਪਤ ਹੋ ਗਿਆ, ਉਹਦੀ ਪ੍ਰਾਪਤੀ ਹੋ ਗਈ। ਦੇਖ ਪਿਰ ਵਿਗਸੀ ਅੰਦਰੋਂ ਸਰਸੀ, ਸੱਚਾ ਸ਼ਬਦ ਸੁਭਾਏ। ਤੇ ਜਦੋਂ ਵੇਖਿਆ ਕਿ ਜਿਸ ਪਤੀ ਦੇ ਵਿਛੋੜੇ ਕਾਰਨ ਮੈਂ ਝੂਰਦੀ ਸੀ, ਜਿਸ ਪਤੀ ਦੇ ਵਿਛੋੜੇ ਕਾਰਨ ਜੀਵਨ ਅੰਦਰ ਦੁੱਖ ਸੀ, ਤੇ ਹੁਣ ਜਦੋਂ ਉਹਦੀ ਪ੍ਰਾਪਤੀ ਹੋਈ, ਦੇਖ ਪਿਰ ਵਿਗਸੀ, ਪਿਰ ਪਤੀ ਨੂੰ ਵੇਖਦਿਆਂ ਜਿਹੜਾ ਸੀ ਉਹ ਖੇੜਾ ਬਣ ਗਿਆ, ਆਨੰਦ ਬਣ ਗਿਆ। ਜਿਵੇਂ ਕਿਸੇ ਇਸਤਰੀ ਦਾ ਪਤੀ ਕਿਤੇ ਦੂਰ ਗਿਆ ਹੋਵੇ ਤੇ ਉਹਦੇ ਵਿਛੋੜੇ ਦੀ ਪੀੜਾ ਸਹਿਣ ਕਰਦੀ ਹੈ, ਮਿਲਾਪ ਦੀ ਤਾਂਘ ਵਿੱਚ ਰਹਿੰਦੀ ਹੈ, ਤੇ ਜਦੋਂ ਲੰਬੇ ਸਮੇਂ ਬਾਅਦ ਘਰ ਆਵੇ ਤੇ ਉਹਨੂੰ ਵੇਖ ਕੇ ਬੜੀ ਖੁਸ਼ ਹੁੰਦੀ ਹੈ, ਬੜੀ ਪ੍ਰਸੰਨ ਹੁੰਦੀ ਹੈ, ਉਹਦੀ ਖੁਸ਼ੀ ਨੂੰ ਉਹ ਬਿਆਨ ਨਹੀਂ ਕਰ ਸਕਦੀ। ਇਸੇ ਤਰ੍ਹਾਂ ਜਿਸ ਜੀਵ ਇਸਤਰੀ ਦਾ ਵਿਛੋੜਾ ਪਿਆ ਸੀ, ਜਿਹੜੇ ਆਪਣੇ ਪਤੀ ਤੋਂ ਵਿਛੜੀ ਹੋਈ ਸੀ, ਜਦੋਂ ਉਹਨੂੰ ਆਪਣੇ ਨਿਜ ਘਰ ਵਿੱਚੋਂ ਪਾ ਲਿਆ, ਪ੍ਰਾਪਤ ਕਰ ਲਿਆ, ਤਾਂ ਦੇਖ ਪਿਰ ਵਿਗਸੀ, ਫਿਰ ਵੇਖ ਕਰਕੇ ਆਨੰਦ ਬਣ ਗਿਆ, ਖੇੜਾ ਬਣ ਗਿਆ, ਅੰਦਰੋਂ ਸਰਸੀ, ਤੇ ਅੰਦਰੋਂ ਉਹ ਰਸ ਦੇ ਸਹਿਤ ਹੋ ਗਈ। ਜਦੋਂ ਪਤੀ ਮਿਲਿਆ ਨਾ, ਪਤੀ ਦੇ ਮਿਲਾਪ ਹੋਣ ਦੇ ਨਾਲ ਖੇੜਾ ਆਇਆ, ਆਨੰਦ ਬਣਿਆ, ਹਿਰਦਾ ਜਿਹੜਾ ਸੀ ਉਹ ਰਸ ਦੇ ਸਹਿਤ ਹੋ ਗਿਆ। ਸੱਚਾ ਸ਼ਬਦ ਸੁਭਾਏ, ਸੱਚੀ ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਸੀ, ਉਹਦੇ ਵਿੱਚ ਜਿਹੜੀ ਸੀ ਉਹ ਲੀਨ ਹੋ ਗਈ, ਫਿਰ ਉਹਦੇ ਵਿੱਚ ਲੀਨ ਹੋ ਗਈ। ਸੱਚੀ ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਸੀ ਪਰਮੇਸ਼ਰ ਦਾ, ਜਦੋਂ ਪਿਰ ਮਿਲ ਗਿਆ, ਪਤੀ ਮਿਲ ਗਿਆ, ਜਦੋਂ ਰਸ ਦੇ ਸਹਿਤ ਹੀ ਹਿਰਦਾ ਹੋ ਗਿਆ, ਤੇ ਫਿਰ ਉਹ ਸੱਚੀ ਸਿਫਤ ਵਾਲੇ ਸ਼ਬਦ ਦੇ ਵਿੱਚ ਜਿਹੜੀ ਸੀ ਉਹ ਲੀਨ ਹੋ ਗਈ। ਨਾਨਕ ਵਿਣ ਨਾਵੈ ਕਾਮਣ ਭਰਮ ਭੁਲਾਣੀ, ਮਿਲ ਪ੍ਰੀਤਮ ਸੁਖ ਪਾਏ। ਨਾਮ ਤੋਂ ਬਿਨਾ ਜਿਹੜੇ ਕਾਮਨ ਸੀ, ਜੀਵ ਇਸਤਰੀ ਸੀ, ਉਹ ਭੁੱਲੀ ਫਿਰਦੀ ਸੀ ਪਰਮੇਸ਼ਰ ਨੂੰ। ਤੇ ਜਦੋਂ ਕਿਰਪਾ ਹੋ ਗਈ, ਗੁਰੂ ਦਾ ਉਪਦੇਸ਼ ਜੋ ਗੁਰੂ ਨੇ ਬਖਸ਼ਿਸ਼ ਕੀਤਾ, ਜਿਸ ਉਪਦੇਸ਼ ਦੁਆਰਾ ਉਹਦਾ ਮਿਲਾਪ ਸੀ, ਜਦੋਂ ਉਹਦੀ ਕਮਾਈ ਕੀਤੀ ਉਪਦੇਸ਼ ਦੀ, ਫਿਰ ਪ੍ਰੀਤਮ ਜਿਹੜਾ ਸੀ ਉਹ ਮਿਲ ਪਿਆ।
ਤੇ ਪ੍ਰੀਤਮ ਮਿਲਣ ਦੇ ਨਾਲ ਕੀ ਹੋਇਆ? ਸੁਖ ਪਾਏ। ਜਿਵੇਂ ਇਸਤਰੀ ਪਤੀ ਦੇ ਘਰ ਆਉਣ ਦੇ ਨਾਲ ਲੰਬੇ ਸਮੇਂ ਬਾਅਦ ਜਦੋਂ ਆਵੇ ਤੇ ਬੜਾ ਸੁਖ ਮਾਣਦੀ ਹੈ, ਸੁਖ ਦੇ ਸਹਿਤ ਹੋ ਜਾਂਦੀ ਹੈ। ਉਹ ਫਿਰ ਜਿਹੜੀ ਜੀਵ ਇਸਤਰੀ ਹੈ ਆਪਣੇ ਉਸ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਪਾ ਕਰਕੇ ਸੁੱਖਾਂ ਦੇ ਸਹਿਤ ਹੋ ਗਈ, ਆਤਮਿਕ ਸੁਖ ਨੂੰ ਮਾਨਣ ਲੱਗੀ। ਫਿਰ ਸੰਗ ਕਾਮਣ ਜਾਣਿਆ, ਗੁਰ ਮੇਲ ਮਿਲਾਈ RAM। ਤੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਜੀਵ ਇਸਤਰੀਆਂ ਦਾ ਮੇਲ ਉਹ ਵਾਹਿਗੁਰੂ ਪਰਮੇਸ਼ਰ ਪਤੀ ਦੇ ਨਾਲ ਕਰਵਾ ਦਿੱਤਾ, ਤੇ ਫਿਰ ਉਹਨਾਂ ਨੇ ਫਿਰ ਸੰਗ ਕਾਮਨ ਜਾਣਿਆ। ਫਿਰ ਉਹ ਕਾਮਨ ਜਿਹੜੀ ਜੀਵ ਇਸਤਰੀ ਹੈ ਉਹ ਫਿਰ ਆਪਣੇ ਪੈਰ ਨੂੰ ਸਦਾ ਸੰਗ ਜਾਣਦੀ ਹੈ, ਸਦਾ ਆਪਣੇ ਨਾਲ ਕਰਕੇ ਜਾਣਦੀ ਹੈ, ਦੂਰ ਨਹੀਂ ਜਾਣਦੀ। ਸਦਾ ਆਪਣੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਸਦਾ ਅੰਗ ਸੰਗ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਜਾਣਦੀ ਹੈ, ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਉਸ ਪਰਮੇਸ਼ਰ ਨਾਲ ਮਿਲਾ ਦਿੰਦਾ ਹੈ। ਅੰਤਰ ਸ਼ਬਦ ਮਿਲੀ, ਸਹਜੇ ਤਪਤ 부ਝਾਈ RAM। ਅੰਤਰ ਸ਼ਬਦ ਮਿਲੀ, ਜਦੋਂ ਹਿਰਦਾ ਜਿਹੜਾ ਸੀ ਉਹ ਪਰਮੇਸ਼ਰ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਮਿਲ ਗਿਆ, ਲੀਨ ਹੋ ਗਿਆ, ਉਹਦੇ ਵਿੱਚ ਸਮਾ ਗਿਆ। ਸਹਜੇ ਤਪਤ 부ਝਾਈ RAM, ਜਿਹੜੇ ਵਿਛੋੜੇ ਦੀ ਤਪਤ ਸੀ ਉਹ ਫਿਰ ਬੁਝ ਗਈ, ਉਹ ਖਤਮ ਹੋ ਗਈ। ਜਿਹੜੀ ਵਿਛੋੜੇ ਦੀ ਤਪਤ ਸੀ ਉਹ ਸਹਿਜੇ ਫਿਰ ਸਹਿਜ ਅਵਸਥਾ ਵਿੱਚ ਟਿਕ ਕੇ ਅਡੋਲਤਾ ਵਿੱਚ ਫਿਰ ਉਹ ਜਿਹੜੀ ਤਪਤ ਸੀ ਵਿਛੋੜੇ ਦੀ ਉਹ 부ਝਾਈ RAM। ਫਿਰ ਕਿਰਪਾ ਕਰਕੇ ਉਹ ਬੁਝਾ ਦਿੱਤੀ, ਉਹ ਤਪਤ ਬੁਝ ਗਈ। ਸ਼ਬਦ ਤਪਤ 부ਝਾਈ, ਅੰਤਰ ਸ਼ਾਂਤ ਆਈ, ਸਹਜੇ ਹਰ ਰਸ ਚਾਖਿਆ। ਤੇ ਜਦੋਂ ਸ਼ਬਦ ਦੇ ਦੁਆਰਾ ਜਿਹੜੀ ਤਪਤ ਸੀ ਵਿਛੋੜੇ ਦੀ ਉਹ ਬੁਝ ਗਈ, ਅੰਤਰ ਸ਼ਾਂਤ ਆਈ, ਅੰਤਰ ਆਤਮੇ ਸ਼ਾਂਤੀ ਵਰਤ ਗਈ। ਅੰਦਰ ਜਿਹੜਾ ਹਿਰਦਾ ਸੀ ਉਹ ਠੰਡਾ ਠਾਰ ਹੋ ਗਿਆ। ਜਦੋਂ ਬਹੁਤ ਅੱਤ ਦੀ ਗਰਮੀ ਪਵੇ ਉਹ ਗਰਮੀ ਫਿਰ ਸਾੜਦੀ ਹੈ, ਲੂ ਜਿਹੜੀ ਹੈ ਉਹ ਸਾੜਦੀ ਹੈ, ਤਪਤ ਮਹਿਸੂਸ ਕਰਦੇ ਆ। ਬਰਸਾਤ ਪੈ ਜਾਵੇ, ਠੰਡੀ ਪੌਣ ਚੱਲਣ ਲੱਗ ਪਵੇ ਤੇ ਉਹ ਤਪਤ ਜਿਹੜੀ ਹੈ ਫਿਰ ਖਤਮ ਹੋ ਜਾਂਦੀ ਹੈ, ਬੁਝ ਜਾਂਦੀ ਹੈ। ਜੀਵ ਫਿਰ ਸਕੂਨ ਮਹਿਸੂਸ ਕਰਦਾ ਹੈ, ਠੰਡਕ ਮਹਿਸੂਸ ਕਰਦਾ ਹੈ। ਜਿਹੜੀ ਅੱਗ ਸਾੜ ਰਹੀ ਸੀ, ਜਿਹੜੀ ਧੁੱਪ ਦਾ ਸੇਕ ਸਹਿਣ ਨਹੀਂ ਸੀ ਹੁੰਦਾ, ਉਹ ਵਾਹਿਗੁਰੂ ਪਰਮੇਸ਼ਰ ਨੇ ਜੋ ਤਪਤਮय ਠੰਡ ਵਰਤਾਈ, ਉਹ ਠੰਡ ਵਰਤਾ ਦਿੱਤੀ ਤੇ ਫਿਰ ਹੁਣ ਜਿਹੜੀ ਸੀ ਉਹ ਤਪਸ਼ ਖਤਮ ਹੋ ਗਈ, ਠੰਡਕ ਮਹਿਸੂਸ ਹੋਣ ਲੱਗੀ। ਉਸੇ ਤਰ੍ਹਾਂ ਹਿਰਦੇ ਦੇ ਅੰਦਰ ਜਿਹੜੀ ਵਿਛੋੜੇ ਦੀ ਤਪਤ ਸਾੜ ਰਹੀ ਸੀ ਅੰਦਰੋਂ, ਜਦੋਂ ਸਿਫਤ ਸਲਾਹ ਵਾਲਾ ਗੀਤ ਅੰਦਰ ਜਿਹੜਾ ਸੀ ਚੱਲਣ ਲੱਗਾ, ਸਿਫਤ ਸਲਾਹ ਵਾਲਾ ਸ਼ਬਦ ਜਿਹੜਾ ਸੀ ਉਹਦੇ ਵਿੱਚ ਸੁਰਤ ਲੀਨ ਹੋ ਗਈ, ਉਹਦਾ ਮਿਲਾਪ ਹੋ ਗਿਆ ਤੇ ਤਪਤ ਜਿਹੜੀ ਸੀ ਉਹ ਬੁਝ ਗਈ, ਅੰਦਰ ਸ਼ਾਂਤੀ ਵਰਤ ਗਈ, ਅੰਦਰ ਠੰਡਕ ਵਰਤ ਗਈ, ਠੰਡ ਵਰਤ ਗਈ। ਅੰਦਰ ਜਿਹੜਾ ਹਿਰਦਾ ਸੜ ਰਿਹਾ ਸੀ ਉਹ ਠੰਡਾ ਠਾਰ ਹੋ ਗਿਆ। ਸਹਿਜੇ ਹਰ ਰਸ ਚਾਖਿਆ, ਫਿਰ ਉਹ ਸਹਿਜ ਅਵਸਥਾ ਵਿੱਚ ਟਿਕ ਕੇ ਅਡੋਲਤਾ ਵਿੱਚ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਰਸ ਨੂੰ ਚੱਖਦੀਆਂ ਹਨ ਜੀਵ ਇਸਤਰੀਆਂ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ, ਸੱਚਾ ਸ਼ਬਦ ਸੁਪਾਖਿਆ। ਤੇ ਮਿਲ ਪ੍ਰੀਤਮ ਆਪਣੇ, ਫਿਰ ਆਪਣੇ ਪ੍ਰੀਤਮ ਦੇ ਨਾਲ ਮਿਲ ਕੇ ਸਦਾ ਰੰਗ ਮਾਣੇ, ਸਦਾ ਹੀ ਫਿਰ ਆਨੰਦ ਨੂੰ ਮਾਣਦੀਆਂ ਨੇ, ਸਦਾ ਹੀ ਸੁੱਖ ਨੂੰ ਮਾਣਦੀਆਂ ਨੇ। ਜਿਵੇਂ ਇਸਤਰੀ ਦੇ ਕੋਲ ਉਹਦਾ ਪਤੀ ਕੋਲ ਹੋਵੇ ਤੇ ਉਹ ਪਤੀ ਦੇ ਕੋਲ ਰਹਿੰਦਿਆਂ ਸੁੱਖ ਮਾਣਦੀ ਹੈ, ਸੁੱਖ ਮਹਿਸੂਸ ਕਰਦੀ ਹੈ, ਆਨੰਦ ਖੁਸ਼ੀ ਮਹਿਸੂਸ ਕਰਦੀ ਹੈ। ਇਸੇ ਤਰ੍ਹਾਂ ਜਿਹੜੇ ਜੀਵ ਇਸਤਰੀਆਂ ਨੂੰ ਪ੍ਰਭੂ ਮਿਲਿਆ, ਰਹਿਮਤ ਹੋਈ, ਮਿਲ ਪ੍ਰੀਤਮ ਆਪਣੇ, ਪ੍ਰੀਤਮ ਨਾਲ ਮਿਲਾਪ ਹੋ ਗਿਆ, ਸਦਾ ਰੰਗ ਮਾਣੇ, ਸਦਾ ਹੀ ਫਿਰ ਉਹ ਖੁਸ਼ੀਆਂ ਨੂੰ ਮਾਣਦੀਆਂ ਨੇ, ਆਨੰਦ ਨੂੰ ਮਾਣਦੀਆਂ ਹਨ। ਸੱਚਾ ਸ਼ਬਦ ਸੁਭਾਖਿਆ, ਸੁਭਾਖਿਆ ਤੋਂ ਭਾਵ ਮਿੱਠੀ ਬੋਲੀ। ਫਿਰ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਜੁੜ ਕਰਕੇ ਉਹਨਾਂ ਦੀ ਜਿਹੜੀ ਬੋਲੀ ਸੀ ਉਹ ਮਿੱਠੀ ਹੋ ਗਈ,
ਜੋ ਵੀ ਮੁਖ ਤੋਂ ਬਚਨ ਬੋਲਦੀਆਂ ਨੇ ਉਹ ਫਿਰ ਮਿੱਠੇ ਬਚਨ ਬੋਲਦੀਆਂ ਨੇ। ਉਹਨਾਂ ਦੇ ਮੂੰਹ 'ਚੋਂ ਫਿਰ ਕੌੜਾ ਸ਼ਬਦ ਨਹੀਂ ਨਿਕਲਦਾ, ਮਾੜੇ ਸ਼ਬਦ ਨਹੀਂ ਨਿਕਲਦੇ, ਉਹਨਾਂ ਦੀ ਬੋਲੀ ਮਿੱਠੀ ਹੋ ਜਾਂਦੀ ਹੈ। ਵੇਖਿਆ ਨਾ, ਨਾਮ ਜਪਣ ਵਾਲੇ ਜਿਹੜੇ ਨੇ, ਉਹਨਾਂ ਦੀ ਜਿਹੜੇ ਰੰਗੇ ਹੋਏ ਨੇ ਨਾਮ ਵਿੱਚ, ਉਹਨਾਂ ਦੀ ਰਸਨਾ ਤੋਂ ਜਿਹੜੇ ਸ਼ਬਦ ਨਿਕਲਦੇ ਨੇ ਬੜੇ ਮਿੱਠੇ, ਮਨ ਨੂੰ ਮੋਹ ਲੈਣ ਵਾਲੇ, ਹਿਰਦੇ ਨੂੰ ਆਨੰਦ ਦੇਣ ਵਾਲੇ ਸ਼ਬਦ ਜਿਹੜੇ ਨੇ ਉਹਨਾਂ ਦੇ ਮੁਖ ਚੋਂ ਨਿਕਲਦੇ ਨੇ। ਇਸ ਤਰ੍ਹਾਂ ਦੇ ਨਾਲ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੇ ਹਰ ਵੇਲੇ ਸਿਫਤ ਕਰਦੇ ਨੇ, ਇਸੇ ਕਰਕੇ ਬਾਰੰਬਾਰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਇਸ ਰਸਨਾ ਦੁਆਰਾ ਜਪਣਾ ਚਾਹੀਦਾ, ਤਾਂ ਕਿ ਸਾਡੀ ਰਸਨਾ ਮਿੱਠੀ ਹੋ ਜਾਏ। ਸਾਡੀ ਰਸਨਾ ਚੋਂ ਜਿਹੜੇ ਸ਼ਬਦ ਨਿਕਲਣ ਉਹ ਬੜੇ ਆਨੰਦ ਦੇ ਨਿਕਲਣ, ਕਿਸੇ ਨੂੰ ਦੁੱਖ ਦੇਣ ਵਾਲੇ, ਪੀੜਾ ਵਾਲੇ ਸ਼ਬਦ ਨਾ ਨਿਕਲਣ। ਹਰ ਵੇਲੇ ਰਸਨਾ ਸਾਡੀ ਜਪਦੀ ਰਹੇ, ਵਾਹਿਗੁਰੂ 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 ਵਾਹਿਗੁਰੂ। ਫਿਰ ਇਸ ਤਰ੍ਹਾਂ ਦੇ ਨਾਲ ਸਦਾ ਹੀ ਉਹਦੀ ਸਿਫਤ ਸਲਾਹ ਦੇ ਵਿੱਚ ਰਸਨਾ ਜਿਹੜੀ ਹੈ ਉਹ ਜੁੜੀ ਰਹਿੰਦੀ ਹੈ, ਤੇ ਉਹਨਾਂ ਦੇ ਮੁਖ ਦੇ ਵਿੱਚੋਂ ਫਿਰ ਜਿਹੜੇ ਮਿੱਠੇ ਬੋਲ ਨਿਕਲਦੇ ਨੇ, ਉਹਨਾਂ ਦੀ ਮਿੱਠੀ ਬੋਲੀ ਹੋ ਜਾਂਦੀ ਹੈ। ਪੜ ਪੜ ਪੰਡਿਤ ਮੋਨੀ ਥਾਕੇ, ਭੇਖੀ ਮੁਕਤ ਨਾ ਪਾਈ। ਬੜੇ ਬੜੇ ਪੰਡਤ ਜਨ, ਵੇਦ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਬੜੇ ਬੜੇ ਵਿਦਵਾਨ, ਮੋਨੀ ਜਿਹੜੇ ਬੋਲਦੇ ਨਹੀਂ, ਬੋਲਾ ਨਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਆ ਜੋਨੀ। ਹਿਰਦਾ ਭਾਵੇਂ ਅੰਦਰੋਂ ਕਲਪਦਾ ਰਹੇ ਪਰ ਮੁਖ ਤੋਂ ਨਹੀਂ ਬੋਲਦੇ। ਇਹ ਕੌਣ ਨੇ ਜੀ? ਇਹ ਮੋਨੀ ਨੇ, ਬੋਲਦੇ ਨਹੀਂ, ਮੌਨ ਧਾਰੀ। ਥਾਕੇ ਕਹਿੰਦੇ ਸਾਰੇ ਥੱਕ ਗਏ, ਭੇਖੀ ਮੁਕਤ ਨਾ ਪਾਈ। ਮੁਕਤੀ ਨੂੰ ਪਾਉਣ ਵਾਸਤੇ, ਪ੍ਰਾਪਤ ਕਰਨ ਵਾਸਤੇ ਬੜੇ ਯਤਨ ਕੀਤੇ। ਭੇਖ ਧਾਰਨ ਵਾਲੇ ਯੋਗੀ, ਜੰਗਮ, ਸਰੇਵੜੇ, ਵੱਖ-ਵੱਖ ਭੇਸ ਧਾਰਨ ਕਰਨ ਵਾਲੇ ਸਰੀਰਾਂ ਤੇ, ਇਹਨਾਂ ਸਾਰਿਆਂ ਨੇ ਜਿਹੜਾ ਬੜਾ ਯਤਨ ਕੀਤਾ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹਨਾਂ ਨੂੰ ਵੀ ਮੁਕਤੀ ਪ੍ਰਾਪਤ ਨਹੀਂ ਹੋਈ। ਵਾਹਿਗੁਰੂ ਪਰਮੇਸ਼ਰ ਦੀ ਸੱਚੀ ਸਿਫਤ ਸਲਾਹ ਤੋਂ ਬਿਨਾਂ, ਉਹਦੀ ਪ੍ਰਾਪਤੀ ਤੋਂ ਬਿਨਾਂ ਇਹ ਵੀ ਮੁਕਤੀ ਪ੍ਰਾਪਤ ਨਾ ਕਰ ਸਕੇ। ਨਾਨਕ ਬਿਨ ਭਗਤੀ ਜਗ ਬੋਰਾਨਾ, ਸੱਚੈ ਸ਼ਬਦ ਮਿਲਾਈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਜਗਤ ਕਮਲਾ ਹੋਇਆ ਫਿਰਦਾ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾ ਸੰਸਾਰ ਕਮਲਾ ਹੋਇਆ ਫਿਰਦਾ। ਆਪਾਂ ਤਾਂ ਕਮਲਾ ਉਹਨੂੰ ਕਹਿੰਦੇ ਆ ਨਾ ਜਿਹਦੀ ਬੁੱਧੀ ਕੰਮ ਨਾ ਕਰੇ, ਦਿਮਾਗੀ ਤਲ ਤੇ ਜਿਹੜਾ ਸੰਤੁਲਨ ਵਿਗੜ ਜਾਵੇ, ਉਹਨੂੰ ਕਹਿੰਦੇ ਆ ਪਾਗਲ ਹੋ ਗਿਆ, ਸ਼ੁਦਾਈ ਹੈ, ਬੌਰਾ ਹੈ। ਪਾਤਸ਼ਾਹ ਕਹਿੰਦੇ ਸਾਰਾ ਜਗਤ ਹੀ ਸ਼ੁਦਾਈ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ, ਬੌਰਾ ਹੋਇਆ ਫਿਰਦਾ। ਉਹ ਵਾਹਿਗੁਰੂ ਪਰਮੇਸ਼ਰ ਦੀ ਜਿਨ੍ਹਾਂ ਕੋਲ ਭਗਤੀ ਨਹੀਂ, ਕਿਉਂਕਿ ਮਨੁੱਖਾ ਜੀਵਨ
ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਮਿਲਿਆ। ਸਾਹਿਬ ਜੀ ਕਹਿੰਦੇ ਨਾ, ਹਰ ਰੋਜ਼ ਸਾਨੂੰ ਸਮਝਾਉਂਦੇ ਨੇ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੈਨੂੰ ਇਹ ਕਰਨ ਵਾਸਤੇ ਮਨੁੱਖ ਰੂਪ ਜਿਹੜੀ ਦੇਹੁਰੀ ਹੈ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਜਿਸ ਡਿਉੜੀ ਰਾਹੀਂ ਅੰਦਰ ਲੰਘ ਕੇ ਬਿਰਤੀ ਅੰਤਰਮੁਖੀ ਕਰਕੇ ਤੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਸੀ, ਉਹਨੂੰ ਪ੍ਰਾਪਤ ਕਰਨਾ ਸੀ, ਉਹ ਨਹੀਂ ਕਰਦਾ। ਭਗਤੀ ਨਹੀਂ, ਭਗਤੀ ਦੇ ਮਾਰਗ ਤੇ ਨਹੀਂ ਤੁਰਿਆ। ਪਾਤਸ਼ਾਹ ਕਹਿੰਦੇ ਸਾਰਾ ਜੱਗ ਹੀ ਬੌਰਾ ਹੋਇਆ ਫਿਰਦਾ, ਸਾਰਾ ਜਗਤ ਹੀ ਸ਼ੁਦਾਈ ਹੈ। ਸੱਚਾ ਸ਼ਬਦ ਮਿਲਾਏ ਤੇ ਜਿਨ੍ਹਾਂ ਤੇ ਗੁਰੂ ਰਹਿਮਤ ਕਰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਾਲੇ ਸੱਚੇ ਸ਼ਬਦ ਦੁਆਰਾ ਜਿਨ੍ਹਾਂ ਨੂੰ ਉਹਦੇ ਨਾਲ ਮੇਲਦਾ ਹੈ, ਜਿਨ੍ਹਾਂ ਨੂੰ ਭਗਤੀ ਦਾ ਦਾਨ ਦਿੰਦਾ ਹੈ, ਉਹ ਵਿਰਲੇ ਨੇ। ਜਿਹੜੇ ਉਸ ਉਪਦੇਸ਼ ਦੀ ਕਮਾਈ ਕਰਦੇ ਨੇ, ਭਗਤੀ ਰੂਪ ਮਾਰਗ ਤੇ ਤੁਰਦੇ ਨੇ, ਭਗਤੀ ਕਰਦੇ ਨੇ, ਉਹ ਵਿਰਲੇ ਨੇ। ਭਗਤੀ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਸੰਸਾਰ ਭੁੱਲਿਆ ਫਿਰਦਾ, ਜਿਨ੍ਹਾਂ ਕੋਲ ਨਾਮ ਨਹੀਂ, ਭਗਤੀ ਨਹੀਂ, ਸਿਮਰਨ ਨਹੀਂ, ਉਹ ਸਾਰੇ ਸ਼ੁਦਾਈ ਬੌਰੇ ਕਮਲੇ ਹੋਏ ਫਿਰਦੇ ਨੇ। ਤੇ ਇਕਨਾਂ ਤੇ ਵਿਰਲਿਆਂ ਤੇ ਜਿਨ੍ਹਾਂ ਤੇ ਰਹਿਮਤ ਕਰਦਾ ਹੈ, ਉਹਨਾਂ ਨੂੰ ਗੁਰ ਸ਼ਬਦ ਦੁਆਰਾ, ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਸ਼ਬਦ ਦੁਆਰਾ ਮੇਲ ਦਿੰਦਾ ਹੈ। ਸਾਤਨ ਮਨ ਆਨੰਦ ਭਇਆ, ਹਰ ਜੀਓ ਮੇਲ ਪਿਆਰੇ RAM। ਤੇ ਜਿਨ੍ਹਾਂ ਤੇ ਰਹਿਮਤ ਕੀਤੀ, ਉਹ ਸਿਫਤ ਸਲਾਹ ਵਿੱਚ ਜੋੜ ਦਿੱਤੇ। ਜਿਨ੍ਹਾਂ ਦੀ ਸੁਰਤ ਸਿਫਤ ਸਲਾਹ ਵਿੱਚ ਜੋੜ ਦਿੱਤੀ, ਹਰ ਵੇਲੇ ਸੁਰਤ ਜੁੜੀ ਰਹਿੰਦੀ ਹੈ, ਉਹਨਾਂ ਨੂੰ ਫਿਰ ਕਿਰਪਾ ਕਰਕੇ ਜਦੋਂ ਮਿਲਾ ਦਿੰਦਾ, ਉਹ ਮਿਲੇ ਲੈਂਦੇ ਨੇ। ਤੇ ਫਿਰ ਮਿਲਿਆ ਹੋਇਆਂ ਦੇ ਜੀਵਨ ਅੰਦਰ ਕੀ ਹੁੰਦਾ? ਸਾ ਤਨ ਮਨ ਆਨੰਦ ਭਇਆ। ਜਿਹੜੇ ਆਨੰਦ ਲਈ ਸੰਸਾਰ ਦੌੜਿਆ ਫਿਰਦਾ ਨਾ, ਦੁਨਿਆਵੀ ਪਦਾਰਥਾਂ ਚੋਂ ਆਨੰਦ ਭਾਲਦਾ ਹੈ, ਮਾਇਆ ਚੋਂ ਆਨੰਦ ਭਾਲਦਾ ਹੈ, ਉੱਥੋਂ ਨਹੀਂ ਮਿਲਣਾ। ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਨਾਲ ਮਿਲ ਜਾਂਦੇ ਨੇ, ਜਿਨ੍ਹਾਂ ਦੀ ਸੁਰਤ ਹਰ ਵੇਲੇ ਮੇਰੀ ਰਹਿੰਦੀ ਹੈ, ਵਾਹਿਗੁਰੂ ਪਰਮੇਸ਼ਰ ਨਾਲ ਇਕਮਿਕ ਹੋ ਜਾਂਦੇ ਨੇ, ਉਹ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ, ਉਹਨਾਂ ਦੇ ਅੰਦਰ ਫਿਰ ਸਦਾ ਆਨੰਦ ਬਣਿਆ ਰਹਿੰਦਾ ਹੈ। ਸਦੀਵੀ ਆਨੰਦ, ਆਤਮਿਕ ਆਨੰਦ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ, ਉਹ ਪ੍ਰਾਪਤ ਕਰ ਲੈਂਦੀਆਂ ਨੇ। ਉਹਨਾਂ ਦੇ ਉੱਤੇ ਕਿਰਪਾ ਕਰਕੇ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਗੁਰੂ ਕਿਰਪਾ ਕਰਕੇ ਮਿਲਾ ਦਿੰਦਾ ਹੈ। ਸਾਤਨ ਹਰ ਕੈ ਰਸ ਰਸੀ, ਗੁਰ ਕੈ ਸ਼ਬਦ ਅਪਾਰੇ RAM। ਉਹ ਜੀਵ ਇਸਤਰੀ ਹਰ ਕੈ ਰਸ ਰਸੀ, ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਰਸ ਮਾਣਦੀ ਹੋਈ ਰਸੀ ਰਹਿੰਦੀ ਹੈ। ਉਹਦੇ ਵਿੱਚ ਹਰ ਵੇਲੇ ਮਸਤ ਹੋਈ ਰਹਿੰਦੀ ਹੈ, ਰਸ ਦੇ ਸਹਿਤ ਰਹਿੰਦੀ ਹੈ। ਉਹ ਸੁਰਤ ਕਦੀ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲੋਂ ਟੁੱਟਦੀ ਨਹੀਂ, ਉਹ ਰਸ ਸਦਾ ਹੀ ਬਣਿਆ ਰਹਿੰਦਾ ਹੈ, ਰਸ ਦੇ ਸਹਿਤ ਹੋਈ ਰਹਿੰਦੀ ਹੈ। ਗੁਰ ਕੈ ਸ਼ਬਦ ਅਪਾਰੇ RAM। ਗੁਰੂ ਦੇ ਸ਼ਬਦ ਦੇ ਦੁਆਰਾ ਉਹ ਜਿਹੜਾ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ, ਫਿਰ ਸਦਾ ਉਹਦੇ ਨਾਲ ਮਿਲੀ ਰਹਿੰਦੀ, ਰਸ ਨੂੰ ਮਾਣਦੀ, ਆਨੰਦ ਨੂੰ ਮਾਣਦੀ ਹੈ। ਸ਼ਬਦ ਅਪਾਰੇ ਮਿਲੇ ਪਿਆਰੇ, ਸਦਾ ਗੁਣ ਸਾਰੇ ਮਨ ਵਸੇ। ਤੇ ਸ਼ਬਦ ਅਪਾਰੇ, ਸਿਫਤ ਸਲਾਹ ਵਾਲਾ ਸ਼ਬਦ ਜਿਹੜਾ ਹੈ, ਉਹਦੇ ਦੁਆਰਾ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲੇ ਹੋਏ, ਮਿਲੇ ਪਿਆਰੇ। ਉਹ ਪਿਆਰਾ ਜਿਹੜਾ ਪ੍ਰਾਣਾ ਤੋਂ ਪਿਆਰਾ ਪ੍ਰੀਤਮ ਹੈ, ਜਿਹੜਾ ਪਤੀ ਹੈ, ਵਾਹਿਗੁਰੂ ਪਰਮੇਸ਼ਰ ਹੈ, ਸਦਾ ਗੁਣ ਸਾਰੇ। ਫਿਰ ਸਦਾ ਹੀ ਉਹਦੇ ਗੁਣਾਂ ਦੀ ਸੰਭਾਲ ਕਰਦੀ ਹੈ ਉਹ ਜੀਵ ਇਸਤਰੀ, ਆਪਣੇ ਹਿਰਦੇ ਘਰ ਦੇ ਵਿੱਚ ਸਦਾ ਹੀ ਫਿਰ ਉਹਦੇ ਗੁਣਾਂ ਨੂੰ ਸੰਭਾਲਦੀ ਹੈ। ਮਨ ਵਸੇ, ਉਹ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਗੁਣ ਨੇ, ਫਿਰ ਜਦੋਂ ਉਹਨਾਂ ਦੀ ਸੰਭਾਲ ਕਰਦੀ, ਉਹ ਮਨ ਵਿੱਚ ਵਸ ਜਾਂਦੇ ਹਨ। ਸੇਜ ਸੁਹਾਵੀ ਜਾ ਪਿਰ ਰਾਵੀ, ਮਿਲ ਪ੍ਰੀਤਮ ਅਵਗਣ ਨਸੇ। ਤੇ ਸੇਜ ਸੁਹਾਵੀ, ਜਦੋਂ ਹਿਰਦਾ ਰਸ ਦੇ ਸਹਿਤ ਹੋ ਗਿਆ, ਅੰਤਸ਼ਕਰਨ ਰੂਪੀ ਸੇਜਾ ਸਵਰ ਗਈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰ ਕੇ ਸਿਫਤ ਕਰਕੇ ਗੁਰੂ ਨੇ ਸ਼ਬਦ ਦੁਆਰਾ ਉਹ ਸੇਜਾ ਸਵਾਰ ਦਿੱਤੀ। ਸੇਜ ਸੁਹਾਵੀ, ਉਹ ਸ਼ੋਭਨੀਕ ਹੋ ਗਈ, ਸੋਹਣੀ ਹੋ ਗਈ, ਜਿਸ ਸੇਜਾ ਤੇ ਆ ਕੇ ਪ੍ਰਭੂ ਪਤੀ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਨਿਵਾਸ ਕਰਨਾ, ਪਾਤਸ਼ਾਹ ਕਹਿੰਦੇ ਨਿਵਾਸ ਕਰਨਾ ਹੈ, ਉਹ ਵਾਹਿਗੁਰੂ ਪਰਮੇਸ਼ਰ ਨੇ ਉਹ ਸੇਜਾ ਜਿਹੜੀ ਸੀ ਸਵਰ ਗਈ। ਸੇਜ ਸੁਹਾਵੀ ਜਾ ਪਿਰ ਰਾਵੀ, ਜਦੋਂ ਆਪਣੇ ਪਿਰ ਨੂੰ ਰਾਵਣਾ ਕੀਤਾ, ਭਾਵ ਜਪਣਾ ਕੀਤਾ,
ਉਹ ਆਪਣੇ ਮਾਲਕ ਨੂੰ ਜਦੋਂ ਜਪਿਆ, ਉਹਦੀ ਸਿਫਤ ਸਲਾਹ ਕੀਤੀ, ਉਹ ਸੇਜਾ ਜਿਹੜੀ ਸੀ ਹਿਰਦੇ ਰੂਪੀ ਘਰ ਰੂਪੀ ਸੇਜਾ ਸਵਰ ਗਈ। ਫਿਰ ਕੀ ਹੋਇਆ? ਮਿਲ ਪ੍ਰੀਤਮ, ਉਹ ਜਿਹੜਾ ਪ੍ਰੀਤਮ ਸੀ ਫਿਰ ਉਹ ਸੇਜਾ ਤੇ ਆ ਗਿਆ। ਜਦੋਂ ਸੇਜਾ ਸਵਰ ਗਈ ਨਾ, ਫਿਰ ਉਹ ਪ੍ਰੀਤਮ ਮਾਲਕ ਵਾਹਿਗੁਰੂ ਪਰਮੇਸ਼ਰ ਸੇਜਾ ਤੇ ਆ ਕੇ ਨਿਵਾਸ ਕੀਤਾ। ਤੇ ਆਵਗਨ ਨਸੇ ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ ਰਾਮ। ਫਿਰ ਜਿਹੜੇ ਅਵਗਣ ਸਨ ਨਾ, ਜਿਨ੍ਹਾਂ ਨਾਲ ਹਿਰਦਾ ਭਰਿਆ ਪਿਆ ਸੀ, ਸਾਰੇ ਨਸ ਗਏ, ਦੌੜ ਗਏ। ਫਿਰ ਉਹ ਸਾਰੇ ਚਲੇ ਗਏ, ਉਹ ਨਸ ਗਏ। ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹਿ ਲੜਾ ਜੁਗ ਚਾਰੇ। ਨੇ ਜਿਤ ਘਰ ਨਾਮ ਹਰ ਸਦਾ ਧਿਆਈਐ, ਜਿਸ ਹਿਰਦੇ ਰੂਪੀ ਘਰ ਦੇ ਵਿੱਚ ਉਸ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜੇ ਸਦਾ ਹੀ ਧਿਆਉਂਦੇ ਨੇ, ਸਦਾ ਬਾਰੰਬਾਰ ਸਵਾਸ ਸਵਾਸ ਕਰਕੇ ਸਿਮਰਦੇ ਨੇ, ਸਦਾ ਧਿਆਉਂਦੇ ਹਨ। ਪਾਤਸ਼ਾਹ ਕਹਿੰਦੇ ਸੋਹੇ ਲੜਾ ਜੁਗ ਚਾਰੇ, ਉਹਨਾਂ ਦਾ ਜਸ ਵੀ ਫਿਰ ਸਾਰੇ ਸੰਸਾਰ ਵਿੱਚ ਹੁੰਦਾ। ਪਾਤਸ਼ਾਹ ਕਹਿੰਦੇ ਚਾਰੇ ਯੁੱਗਾਂ ਵਿੱਚ ਉਹਨਾਂ ਦੀ ਸ਼ੋਭਾ ਬਣੀ ਰਹਿੰਦੀ ਹੈ, ਚਾਰੇ ਯੁੱਗਾਂ ਦੇ ਵਿੱਚ ਉਹਨਾਂ ਦੀ ਉਸਤਤ ਬਣੀ ਰਹਿੰਦੀ ਹੈ। ਇੱਕ ਯੁੱਗ ਵਿੱਚ ਨਹੀਂ, ਕੋਈ ਕੁਝ ਸਮੇਂ ਲਈ ਨਹੀਂ। ਪਾਤਸ਼ਾਹ ਕਹਿੰਦੇ ਚਾਰੇ ਯੁੱਗਾਂ ਵਿੱਚ, ਚਾਰੇ ਯੁੱਗਾਂ ਦੇ ਵਿੱਚ ਉਹਨਾਂ ਦੀ ਸ਼ੋਭਾ ਜਿਹੜੀ ਆ ਹੁੰਦੀ ਹੈ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਧਿਆਉਣਾ ਕਰਦੇ ਹਨ। ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ। ਪਾਤਸ਼ਾਹ ਅਖੀਰਲੀ ਪੰਕਤੀ ਦੇ ਅੰਦਰ ਤੀਸਰੇ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਨਾਮ ਰਤੇ ਸਦਾ ਆਨੰਦ ਹੈ। ਜਿਹੜੇ ਨਾਮ ਵਿੱਚ ਰਤੇ ਹੋਏ ਨੇ, ਜਿਨ੍ਹਾਂ ਦੀ ਸੁਰਤ ਹਰ ਵੇਲੇ ਨਾਮ ਵਿੱਚ ਜੁੜੀ ਰਹਿੰਦੀ ਹੈ, ਰੰਗੇ ਰਹਿੰਦੇ ਨੇ, ਉਹਨਾਂ ਦੇ ਜੀਵਨ ਅੰਦਰ ਫਿਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਹਰ ਮਿਲਿਆ ਕਾਰਜ ਸਾਰੇ, ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਿਹੜੇ ਮਿਲ ਜਾਂਦੇ ਨੇ, ਉਹਨਾਂ ਦੇ ਸਾਰੇ ਕਾਰਜ ਸਵਰ ਜਾਂਦੇ ਨੇ, ਸਾਰੇ ਹੀ ਕਾਰਜ, ਜਿੰਨੇ ਵੀ ਜੀਵਨ ਦੇ ਕਾਰਜ ਨੇ, ਉਹ ਫਿਰ ਹਰੀ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਸਵਾਰ ਦਿੰਦਾ ਹੈ। ਵੱਡਾ ਕਾਰਜ ਜਿਹੜਾ ਸੰਸਾਰ ਤੇ ਅਸੀਂ ਆਏ ਹਾਂ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਫਿਰ ਉਹ ਕਾਰਜ ਵੀ ਸਵਰ ਜਾਂਦਾ ਹੈ। ਜੀਵ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਜੀਵਨ ਦੇ ਵਿੱਚ ਵਿਚਰਦਿਆਂ ਜਿਹੜੇ ਕਾਰਜ ਨੇ, ਉਹ ਗੁਰੂ ਸਾਹਿਬ ਕਿਰਪਾ ਕਰਕੇ ਫਿਰ ਆਪ ਸਵਾਰ ਦਿੰਦੇ ਨੇ। ਸੋ ਅੱਜ ਦੇ ਜੋ ਸ਼ਬਦ ਸਾਨੂੰ ਮੁੱਖ ਵਾਗ ਦੇ ਰੂਪ ਵਿੱਚ ਪ੍ਰਾਪਤ ਹੋਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ। ਜਿਗਿਆਸੂ ਰੂਪ ਜੀਵ ਇਸਤਰੀ ਦੀ ਉਦਾਹਰਣ ਦੇ ਕੇ, ਤੇ ਜਿਹੜੀ ਮਨਮੁਖ ਜੀਵ ਇਸਤਰੀ ਪਰਮੇਸ਼ਰ ਨਾਲੋਂ ਵਿਛੜੀ ਹੈ, ਉਹਦੀ ਹਾਲਤ ਬਿਆਨ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਅਜੀਵ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਕਮਾਈ ਕਰ, ਬਾਰੰਬਾਰ ਉਸ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ, ਜਿਹਦੇ ਨਾਲ ਜਿਹੜੇ ਹੈ ਉਸ ਪਰਮੇਸ਼ਰ ਦੀ ਮਿਲਾਪ ਹੋਣਾ ਹੈ। ਜਿਹੜਾ ਇਹ ਜੀਵਨ ਸਫਲਾ ਹੋਣਾ, ਉਹਦੇ ਮਿਲਾਪ ਦੁਆਰਾ ਉਹਦੇ ਨਾਮ ਨੂੰ ਬਾਰੰਬਾਰ ਜਪਣਾ ਕਰ। ਹਰ ਵੇਲੇ ਇਹ ਮੰਗ ਕਰੀਏ, ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ। ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ। ਗੁਣ ਗਾਵਾ ਦਿਨ ਰਾਤ ਨਾਨਕ ਚਾਉ ਹੋ। ਗੁਣ ਗਾਵਾ ਦਿਨ ਰਾਤ ਨਾਨਕ ਚਾਉ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓ ਠਾਕੁਰ ਤੁਮ ਪੈ ਅਰਦਾਸ ਜੀਓ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਕੋਇ ਨਾ ਜਾਣੈ। ਤੁਮਰਾ ਅੰਤ ਉੱਚੇ ਤੇ ਉੱਚਾ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਇ। ਸਭ ਥਾਈ ਹੋਏ ਸਹਾਇ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ। ਬੰਦ ਬੰਦ ਕਟਾਏ ਹੋ ਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ। ਤਾਨਾ ਆਰਿਆਂ ਨਾਲ ਚਿਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ
केस दान रहत दान बबेक दान विसाहु दान भरोसा दान दाना सिर दान नाम दान श्री ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ। ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਸੱਚਖੰਡ ਸਜੇ ਦੀਵਾਨਾ ਅੰਦਰ ਆਸਾ ਜੀ ਦੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਗਾਇਨ ਹੋਈਆਂ ਹਨ ਜੀ। ਉਪਰੰਤ ਪਾਤਸ਼ਾਹ ਜੀਓ ਆਪ ਜੀਆਂ ਦੇ ਅੰਮ੍ਰਿਤ ਵੇਲੇ ਦੇ ਸ਼੍ਰੀ ਮੁਖ ਵਾਕ ਦੀ ਵਿਚਾਰ ਹੋਈ ਹੈ ਜੀ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਜੀ। ਪੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਦਾਨ ਬਖਸ਼ਣਾ ਜੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਅੰਮ੍ਰਿਤ ਵੇਲੇ ਤੋਂ ਤਨ ਮਨ ਧਨ ਕਰਕੇ ਨਿਭਾਈਆਂ ਸੇਵਾਵਾਂ ਭੇਟਾ ਕੀਤਾ ਕੜਾਹ ਪ੍ਰਸ਼ਾਦ ਦਰ ਤੇ ਪ੍ਰਵਾਨ ਕਰਨਾ ਜੀ। ਸ਼ੁਭ ਮਨੋਰਥ ਪੂਰੇ ਕਰਨੇ ਯਾਤਰਾ ਸਫਲੀ ਕਰਨੀ ਕਾਰਜ ਰਾਸ ਕਰਨੇ ਜੀ। ਕਿਰਪਾ ਕਰਨੀ ਪਾਤਸ਼ਾਹ ਜੀ। ਸਮੂਹ ਸੰਗਤਾਂ ਦੇ ਪੰਥ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ। ਸੁਖ ਸ਼ਾਂਤੀ ਮੇਲ ਇਤਫਾਕ ਪਿਆਰ ਦੇਹ ਰੋਗਤਾ ਚੜ੍ਹਦੀ ਕਲਾ ਦੇ ਜੀਵਨ ਬਖਸ਼ਣੇ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੇ ਹਜ਼ੂਰ ਪੰਚ ਅੰਮ੍ਰਿਤ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਸੰਗਤਾਂ ਨੂੰ ਸ਼੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ। खुआर हुए सब मिलेंगे खुआर हुए सब मिलेंगे। बोले
ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਗੂੜਾ, ਨਾਲ ਹੋਵੰਦਾ ਲਹਿ ਨਾ ਸਕੰਦਾ, ਸਵਾਉ ਨ ਜਾਣੈ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਨ ਨ ਜਾਏ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ, ਤੂੰ ਚਾਉ ਸੱਜਣ ਮੈਡਿਆ, ਦੇ ਸਿਸ ਉਤਾਰ, ਨੈਣ ਮਹੰਜੈ ਤਰਸ ਦੇ, ਕਦ ਪਸੀ ਦੀਦਾਰ, ਸੁਕਾ ਟਲ ਗੁਰ ਸੇਵੀਐ, ਅਹਨਿਸ ਸਹਜ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ, ਸਜਣ ਸਚਾ ਪਾਤਸ਼ਾਹ, ਸਿਰ ਸ਼ਾਹਦਾ, ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ, ਸਤਿ ਗੁਰ ਪ੍ਰਸਾਦ, ਆਸਾ ਮਹੱਲਾ ਤੀਜਾ, ਸ਼ੰਤ ਘਰ ਪਹਿਲਾ, ਹਮ ਘਰੇ ਸਾਚਾ ਸੋਹੇਲਾ, ਸਚ ਸ਼ਬਦ ਸੁਹਾਇਆ ਰਾਮ, ਧਨ ਪਿਆਰ ਮੇਲ ਭਇਆ, ਪ੍ਰਭ ਆਪ ਮਿਲਾਇਆ ਰਾਮ, ਹਮ ਘਰੇ ਸਾਚਾ ਸੋਹੇਲਾ, ਸਚ ਸ਼ਬਦ ਸੁਹਾਇਆ ਰਾਮ, ਧਨ ਪਿਆਰ ਮੇਲ ਭਇਆ, ਪ੍ਰਭ ਆਪ ਮਿਲਾਇਆ ਰਾਮ, ਪ੍ਰਭ ਆਪ ਮਿਲਾਇਆ, ਸਚ ਮਨ ਵਸਾਇਆ, ਕਾਮਨ ਸਜ ਮਾਤੇ,
ਗੁਰ ਸ਼ਬਦ ਸਿਗਾਰੇ ਸੱਚ ਸਵਾਰੇ ਸਦਾ ਰਾਵੇ ਰੰਗ ਰਾਤੇ